ਜੇਕਰ ਅਸੀਂ ਸਰਕਾਰਾਂ ਦੇ ਉੱਪਰ ਆਸ ਰੱਖਾਂਗੇ, ਨਿਆਂ ਕਦੀ ਵਾਸਤੇ ਵੀ ਨਹੀਂ ਮਿਲੇਗਾ। ਪਹਿਲਾਂ ਤਾਂ ਬੜਾ ਦੁੱਖ ਜਿਹਾ ਮਹਿਸੂਸ ਹੋਇਆ ਸੀ ਵੀ ਐਸਾ ਕੁਝ ਕਿਉਂ ਵਾਪਰਿਆ। ਪ੍ਰਸੰਨਤਾ ਇਸ ਗੱਲ ਦੀ ਹੋਈ ਕਿ ਸਿੱਖ ਪੰਥ ਨੇ ਆਪਣੇ ਹੱਥੀਂ ਆਪ ਫੈਸਲੇ ਕਰ ਲਏ। ਇਸ ਗੱਲ ਦੀ ਪ੍ਰਸੰਨਤਾ ਹੋਈ। ਮਹਾਰਾਜ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਪੰਚਮ ਪਾਤਸ਼ਾਹ ਜੀ ਉੱਪਰ ਜ਼ੁਲਮ ਕਰਨ ਵਾਲੇ ਜ਼ਾਲਮ ਨੂੰ ਨੱਕ ਵਿੱਚ ਨੱਥ ਪਾ ਕੇ ਲਾਹੌਰ ਦੇ ਬਾਜ਼ਾਰਾਂ ਵਿੱਚ ਘੜੀਸ ਕੇ ਮਾਰਿਆ ਸੀ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਉੱਪਰ ਜਿਨ੍ਹਾਂ ਨੇ ਜ਼ੁਲਮ ਕੀਤਾ ਉਹ ਤੁਹਾਡੇ ਸਾਹਮਣੇ ਹੈ। ਬਲਦਾਂ ਮਗਰ ਪਾ ਕੇ ਘਸੀਟ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਿੱਦਾਂ ਦੀ ਹਾਲਤ ਕੀਤੀ ਸੀ। ਇਹ ਸਾਡੀਆਂ ਰਵਾਇਤਾਂ ਨੇ, ਸਾਡੀਆਂ ਪਰੰਪਰਾਵਾਂ ਨੇ। ਜੇ ਸਰਕਾਰ ਕੋਲ ਕੁਝ ਅਕਲਮੰਦੀ ਹੋਏ, ਕੋਈ ਦੂਰ ਅੰਦੇਸ਼ੀ ਹੋਏ, ਤਾਂ ਉਹ ਬਣਦੀਆਂ ਸਜ਼ਾਵਾਂ ਤੇ ਗੁਰੂ ਪੰਥ ਦੇ ਦੋਖੀਆਂ ਨੂੰ ਆਪ ਦੇ ਦਿੰਦੀਆਂ ਤੇ ਖਾਲਸਾ ਪੰਥ ਨੂੰ ਆਪਣੇ ਹੱਥਾਂ ਵਿੱਚ ਇਹ ਸਭ ਕੁਝ ਲੈ ਕੇ ਫੈਸਲਾ ਕਰਨ ਦੀ ਲੋੜ ਨਾ ਪੈਂਦੀ। ਇਹ ਕੰਮ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਗੁਰੂ ਕੇ ਪਿਆਰੇ ਸਿੱਖ ਪਾਤਸ਼ਾਹੀ ਖਜ਼ਾਨਾ ਕਾਇਮ ਕਰਨ, ਉਹਦੇ ਨਾਲ ਤਕਰੀਬਨ 45 ਤੋਂ 50 ਇਹੋ ਜਿਹੇ ਵਕੀਲਾਂ ਦਾ ਸੰਗਠਨ, ਇੱਕ ਪੈਨਲ ਦਾ ਗਠਨ ਕਰਨ, ਤਾਂ ਕਿ ਕਿਸੇ ਜਥੇਬੰਦੀ ਵਿੱਚ ਕੰਮ ਕਰਨ ਵਾਲੇ ਗੁਰੂ ਕੇ ਪਿਆਰੇ ਸਿੱਖ ਨੂੰ ਵਕੀਲ ਲੱਭਣ ਵਾਸਤੇ, ਵਕੀਲ ਕਰਨ ਵਾਸਤੇ ਕੋਈ ਚਿੰਤਾ ਨਾ ਹੋਵੇ। ਮੈਂ ਨਾ ਪੁਲਿਸ ਅਫਸਰਾਂ ਨੂੰ ਵੀ ਕੁਝ ਪਿਆਰ ਸਤਿਕਾਰ ਸਹਿਤ ਕਹਿਣਾ ਚਾਹੁੰਦਾ ਕਿ ਅੱਜ ਜਿਹੜੇ ਤੁਹਾਡੇ ਮੋਢਿਆਂ ਤੇ ਸਟਾਰ ਲੱਗੇ ਨੇ, ਫੀਤੀਆਂ ਲੱਗੀਆਂ ਨੇ, ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਨਾਲ ਲੱਗੀਆਂ ਨੇ। ਖਿਆਲ ਕਰਿਓ, ਜਿਸ ਮਾਂ ਨੇ ਜਨਮ ਦਿੱਤਾ ਇਹਨਾਂ ਪੁਲਿਸ ਅਫਸਰਾਂ ਨੂੰ, ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਆਣ ਕੇ ਕਿੰਨੀਆਂ ਅਰਦਾਸਾਂ ਕਰਦੀ ਹੋਏਗੀ, ਸੱਚੇ ਪਾਤਸ਼ਾਹ ਮੇਰਾ ਜਿਹੜਾ ਪੋਤਾ ਹੈ ਅਫਸਰ ਬਣੇ। ਇਹ ਨਾ ਹੋਵੇ ਸਿੱਖ ਨੌਜਵਾਨਾਂ ਤੇ ਪਰਚੇ ਦਰਜ ਕਰੋ ਤੇ ਮੈਂ ਥੋੜਾ ਜਿਹਾ ਅਹਿਸਾਸ ਕਰਾ ਦਿਆਂ, ਜੇ ਐਸਾ ਕੁਝ ਕੀਤਾ ਤੇ ਜਦੋਂ ਤੁਸੀਂ ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰੋਗੇ, ਮੱਥਾ ਟੇਕਿਆ ਕਰੋਗੇ, ਗੁਰੂ ਸਾਹਿਬ ਵੱਲੋਂ ਫਟਕਾਰ ਪਿਆ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਦੁਸ਼ਟ ਵੱਲੋਂ ਮਹਾਰਾਜ ਦੇ ਸਨਮੁਖ ਜਿਹੜੀ ਬਾਬਾ ਬੁੱਢਾ ਸਾਹਿਬ ਜੀ ਦੀ ਜਿਹੜੀ ਤੇਗ ਆ ਉਹ ਚੁੱਕ ਕੇ ਤੇ ਉੱਥੇ ਚੱਲਦੀ ਮਰਿਆਦਾ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਅੱਜ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਗੁਰਮੁਖ ਸਿੰਘ ਉਹਨਾਂ ਕੋਲ ਆਏ ਆ। ਸਤੰਬਰ ਮਹੀਨੇ ਵਿੱਚ ਇਹਨਾਂ ਵੱਲੋਂ ਇੱਕ ਸੰਦੇਸ਼ ਜਿਹੜਾ ਆ, ਇੱਕ ਹੁਕਮਨਾਮਾ ਜਿਹੜਾ ਅਕਾਲ ਤਖਤ ਸਾਹਿਬ ਦੇ ਸੇਵਾਦਾਰਾਂ ਵਾਸਤੇ ਜਾਰੀ ਕੀਤਾ ਗਿਆ ਸੀ। ਸਾਡੇ ਕੋਲ ਵੀ ਉਹਦੀ ਕਾਪੀ ਪਹੁੰਚੀ ਸੀ, ਜਿਹਦੇ ਵਿੱਚ ਇੱਕ ਸਪੈਸ਼ਲ ਹਦਾਇਤ ਕੀਤੀ ਗਈ ਸੀ ਕਿ ਜੇ ਕੋਈ ਦੁਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਅਕਾਲ ਤਖਤ ਸਾਹਿਬ ਦੀ ਚੱਲਦੀ ਮਰਿਆਦਾ ਦੇ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕਰਦਾ ਤੇ ਮੌਕੇ 'ਤੇ ਹੀ ਖਾਲਸਾਈ ਰਵਾਇਤ ਮੁਤਾਬਕ ਉਸ ਦਾ ਜਿਹੜਾ ਆ ਫੈਸਲਾ ਕੀਤਾ ਜਾਵੇ। ਆਓ ਅੱਜ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜਿਹੜੀ ਇੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੁਖਦਾਈ ਘਟਨਾ ਵਾਪਰੀ ਆ, ਉਹਦੇ ਬਾਰੇ ਤੁਸੀਂ ਪੰਥ ਨੂੰ ਕੀ ਸੰਦੇਸ਼ ਦੇਣਾ ਚਾਹੋ? ਜੀ, ਬੇਨਤੀ ਇਸ ਤਰ੍ਹਾਂ ਹੈ ਕਿ ਸਭ ਤੋਂ ਪਹਿਲਾਂ ਮੈਂ ਇੱਕ ਥੋੜ੍ਹਾ ਖੁਲਾਸਾ ਕਰ ਦਿਆਂ ਕਿ ਹੁਕਮਨਾਮਾ ਜਾਰੀ ਨਹੀਂ ਕੀਤਾ, ਉਹ ਹਦਾਇਤਾਂ ਜਾਰੀ ਕੀਤੀਆਂ ਸਨ। ਸ੍ਰੀ ਅਕਾਲ ਤਖਤ ਸਾਹਿਬ ਜੀ ਤੇ 50 ਤੋਂ ਉੱਪਰ ਗੁਰੂ ਕੇ ਸਿੰਘ ਅਤੇ ਬੀਬੀਆਂ ਮੁਲਾਜ਼ਮ ਜੋ ਗੁਰੂ ਕੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ, ਸਮੇਂ-ਸਮੇਂ ਅਨੁਸਾਰ ਉਹਨਾਂ ਦੇ ਪ੍ਰਤੀ ਕੀ ਹਦਾਇਤਾਂ ਦੇਣੀਆਂ ਨੇ, ਉਹ ਹਦਾਇਤਾਂ ਕੇਵਲ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਸੰਭਾਲ ਕਰਨ ਵਾਲੇ ਗੁਰਸਿੱਖਾਂ ਤੱਕ ਹੀ ਸੀਮਤ ਰੱਖ ਕੇ ਉਹ ਮੈਂ ਲਿਖਤੀ ਤੌਰ 'ਤੇ ਦਿੱਤੀਆਂ ਸਨ। ਉਹ ਵੱਖਰੀ ਗੱਲ ਹੈ ਕਿ ਉਹ ਜੋ ਹਦਾਇਤਾਂ ਸਨ ਉਹ ਅੱਗੇ ਦੇ ਅੱਗੇ ਵਾਇਰਲ ਹੋ ਗਈਆਂ ਅਤੇ ਸਮੁੱਚੇ ਸੰਸਾਰ ਭਰ ਦੇ ਗੁਰਸਿੱਖਾਂ ਤੱਕ ਉਹ ਪਹੁੰਚ ਗਈਆਂ। ਇਸ ਤੋਂ ਬਾਅਦ ਉਹ ਅਖਬਾਰਾਂ ਵਿੱਚ ਵੀ, ਕਈ ਪੇਪਰਾਂ ਵਿੱਚ ਉਹ ਛਪੀਆਂ, ਜਿਹਦੇ ਅਨੁਸਾਰ ਸਮੁੱਚੇ ਸਿੱਖ ਪੰਥ ਵਿੱਚ ਉਹਨਾਂ ਨੂੰ ਬਹੁਤ ਇੱਕ
ਸ਼ਲਾਘਾ ਵੀ ਕੀਤੀ ਗਈ ਕਿ ਵਾਕਿਆ ਹੀ ਗੁਰੂ ਸਾਹਿਬ ਜੀ ਦੀ ਮਹਾਨ ਸੇਵਾ ਵਿੱਚ ਇਸੇ ਤਰ੍ਹਾਂ ਹੀ ਹਾਜ਼ਰ ਰਹਿਣਾ ਚਾਹੀਦਾ ਜੋ ਕੁਝ ਆਪਣੇ ਵੱਲੋਂ ਲਿਖਿਆ ਗਿਆ ਸੀ। ਉਹਦਾ ਕਾਰਨ ਇਹ ਹੈ, ਮੈਂ ਆਪ ਜੀ ਨੂੰ ਥੋੜ੍ਹਾ ਬੇਨਤੀ ਕਰਕੇ ਦੱਸ ਦਿਆਂ ਕਿ ਜੇਕਰ ਅਸੀਂ ਸਰਕਾਰਾਂ ਦੇ ਉੱਪਰ ਆਸ ਰੱਖਾਂਗੇ, ਨਿਆਂ ਕਦੀ ਵਾਸਤੇ ਵੀ ਨਹੀਂ ਮਿਲੇਗਾ। ਸਾਡੇ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬੋਤਮ ਹਨ। ਸਿੱਖ ਦੀਆਂ ਨਜ਼ਰਾਂ ਵਿੱਚ ਗੁਰੂ ਸਾਹਿਬ ਜੀ ਤੋਂ ਪਰੇ ਕੱਖ ਵੀ ਨਹੀਂ। ਜੋ ਕੁਝ ਹੈ ਸਭ ਕੁਝ ਸਾਡੇ ਲਈ ਗੁਰੂ ਸਾਹਿਬ ਹਨ। ਉਹਦੇ ਵਿੱਚ ਇੱਕ ਮੈਂ ਪੰਕਤੀ ਲਿਖੀ ਸੀ ਹਦਾਇਤਾਂ ਵਿੱਚ, ਦੁਰਜਨ ਕੇ ਮਾਰਬੇ ਕੋ ਖਾਲਸਾ ਬਣਾਇਓ ਹੈ। ਤੁਸੀਂ ਸ਼ਾਇਦ ਪੜ੍ਹੀ ਹੈ। ਇਹ ਮੈਂ ਇਸ ਕਰਕੇ ਬੇਨਤੀ ਕਰਕੇ ਦੱਸਣਾ ਚਾਹੁੰਦਾ ਹੈ ਕਿ ਇਹ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਪੰਥ ਵਿੱਚ ਇੱਕ ਬਹੁਤ ਵੱਡਾ ਕਾਇਦਾ ਕਾਨੂੰਨ ਕਾਇਮ ਕੀਤਾ ਕਿ ਖਾਲਸੇ ਦੀ ਸਾਜਨਾ ਇਸੇ ਕੰਮ ਦੇ ਵਾਸਤੇ ਕੀਤੀ ਗਈ ਹੈ। ਜਦੋਂ 33 ਸਾਲ ਦੀ ਅਵਸਥਾ ਹੈ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ, ਤੇ ਪਹਿਲੀ ਵਾਰ ਆਨੰਦਪੁਰ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਅੰਮ੍ਰਿਤ ਸੰਚਾਰ ਹੋਇਆ ਹੈ। ਜਿਸ ਦਿਨ ਅੰਮ੍ਰਿਤ ਸੰਚਾਰ ਹੋਇਆ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਪੰਜ ਪਿਆਰਿਆਂ ਦੀ ਸਾਜਨਾ ਕੀਤੀ। ਉਸ ਤੋਂ ਬਾਅਦ ਪੰਜ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ। ਗੁਰੂ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ ਜੀ ਅਤੇ ਗੁਰੂ ਕੇ ਮਹਿਲ ਅਤੇ ਮਹਾਰਾਜ ਦਸਮ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ, ਬਹੁਤ ਵੱਡੀ ਗਿਣਤੀ ਵਿੱਚ ਉਹਨਾਂ ਗੁਰਸਿੱਖਾਂ ਨੇ ਵੀ ਅੰਮ੍ਰਿਤ ਛਕਿਆ ਜਿਨ੍ਹਾਂ ਨੂੰ ਅੱਜ ਆਪਾਂ ਸ਼ਹੀਦ ਬਾਬਾ ਦੀਪ ਸਿੰਘ ਜੀ, ਸ਼ਹੀਦ ਭਾਈ ਮਨੀ ਸਿੰਘ ਜੀ ਔਰ ਭਾਈ ਦੇਸਾ ਸਿੰਘ ਜੀ, ਭਾਈ ਚੌਪਾ ਸਿੰਘ ਜੀ, ਇਹ ਸਾਰੀ ਬਹੁਤ ਵੱਡੀ ਗਿਣਤੀ ਹੈ ਗੁਰਸਿੱਖਾਂ ਦੀ। ਜਦੋਂ ਅੰਮ੍ਰਿਤ ਛਕਿਆ, ਸ਼ਾਮ ਦਾ ਸਮਾਂ ਹੋਇਆ, ਮਹਾਰਾਜ ਦਸਮ ਪਾਤਸ਼ਾਹ ਬੈਠੇ ਹਨ ਬੜੀ ਪ੍ਰਸੰਨਤਾ ਵਿੱਚ। ਸਿੱਖ ਸੰਗਤਾਂ ਦੀ ਬਹੁਤ ਵੱਡੀ ਗਿਣਤੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਪ੍ਰਸੰਨਤਾ ਪ੍ਰਾਪਤ ਕਰਨ ਵਾਸਤੇ ਚਾਰੋਂ ਤਰਫ ਸੰਗਤ ਬੈਠੀ ਹੋਈ ਹੈ। ਉਹ ਸੰਗਤ ਵਿੱਚ ਭਾਈ ਦੇਸਾ ਸਿੰਘ, ਭਾਈ ਚੌਪਾ ਸਿੰਘ ਅਤੇ ਇੱਕ ਸੈਨਾਪਤੀ ਹੋਏ ਨੇ ਭਾਈ ਸੋਭਾ ਸਿੰਘ ਜੀ, ਉਹ ਵੀ ਬੈਠੇ ਹੋਏ ਸਨ। ਸੈਨਾਪਤੀ ਭਾਈ ਸੋਭਾ ਸਿੰਘ ਜੀ ਨੇ ਬੜੇ ਪਿਆਰ ਸਤਿਕਾਰ ਵਿੱਚ ਮਹਾਰਾਜ ਕਲਗੀਧਰ ਪਾਤਸ਼ਾਹ ਅੱਗੇ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਅੱਜ ਖਾਲਸੇ ਦੀ ਸਾਜਨਾ ਹੋਈ ਹੈ, ਬੜੀ ਪ੍ਰਸੰਨਤਾ ਹੈ ਸਾਡੇ ਦਿਲਾਂ ਵਿੱਚ, ਸਾਡੇ ਮਨਾਂ ਵਿੱਚ। ਆਪ ਕਿਰਪਾ ਕਰਕੇ ਇਹ ਦੱਸੋ ਵੀ ਖਾਲਸਾ ਪੰਥ ਦੀ ਸਾਜਨਾ ਕਰਨ ਦਾ ਮਕਸਦ ਕੀ ਹੈ? ਕਿਉਂਕਿ ਸਿੱਖੀ ਤਾਂ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਚੱਲੀ ਆ ਰਹੀ ਹੈ। ਸਿੱਖ ਪੰਥ ਪਹਿਲਾਂ ਤੋਂ ਲੈ ਕੇ ਹੀ ਚੱਲਿਆ ਆ ਰਿਹਾ ਹੈ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ। ਅੱਜ ਖਾਲਸਾ ਪੰਥ ਦੀ ਸਾਜਨਾ, ਇਹਦਾ ਮਕਸਦ। ਉਸ ਸਮੇਂ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਇਹ ਪਾਵਨ ਬਚਨ ਕੀਤੇ। ਕਹਿੰਦੇ ਭਾਈ ਸੋਭਾ ਸਿੰਘ ਜੀ, ਸਮੇਂ ਸਮੇਂ ਅਨੁਸਾਰ ਬਹੁਤ ਵੱਡੇ ਦੈਂਤ ਪੈਦਾ ਹੋਣਗੇ, ਸਮੇਂ ਸਮੇਂ ਅਨੁਸਾਰ ਬਹੁਤ ਵੱਡੇ ਸੰਕਟਮਈ ਸਮੇਂ ਵੀ ਆ ਸਕਦੇ ਨੇ। ਕੋਈ ਸਮਾਂ ਇਹੋ ਜਿਹਾ ਵੀ ਆ ਸਕਦਾ ਹੈ ਕਿ ਖੋਟੇ ਪੁਰਖਾਂ ਦੀ ਬਹੁਤ ਵੱਡੀ ਗਿਣਤੀ ਸੰਸਾਰ ਵਿੱਚ ਆ ਸਕਦੀ ਹੈ। ਅਤੇ ਇਹਦੇ ਵਾਸਤੇ ਮੈਂ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ। ਉਹ ਪਾਵਨ ਬਚਨ ਮੈਂ ਆਪ ਜੀ ਦੇ ਕੰਨਾਂ ਦੀ ਸਰੋਤ ਦਾ ਹਿੱਸਾ ਬਣਾ ਦਿਆਂ। ਗੁਰੂ ਸਾਹਿਬ ਜੀ ਦਾ ਉਹ ਬਚਨ ਹੈ, ਅਸਰੁ ਸਿੰਗਾਰਬੇ ਕੋ ਸੰਕਟ ਨਿਵਾਰਬੇ ਕੋ ਦੁਰਜਨ ਕੇ ਮਾਰਬੇ ਕੋ ਖਾਲਸਾ ਬਣਾਇਓ ਹੈ। ਇਹ ਤਿੰਨ ਬਚਨ ਹੈ। ਅਸੁਰ ਸਿੰਗਾਰਬੇ ਕੋ, ਜਿਹੜੇ ਦੈਂਤ ਹਨ ਉਹਨਾਂ ਦਾ ਨਾਸ਼ ਕਰਨ ਵਾਸਤੇ। ਦੂਜਾ ਬਚਨ ਆਪ ਜੀ ਦੇਖੋ, ਸੰਕਟ ਨਿਵਾਰਬੇ ਕੋ, ਸੰਕਟਮਈ ਸਮੇਂ ਨੂੰ ਟਾਲਣ ਵਾਸਤੇ। ਤੇ ਤੀਜਾ ਬਚਨ ਹੈ ਦੁਰਜਨ ਕੇ ਮਾਰਬੇ ਕੋ। ਦੁਰਜਨ ਆਪ ਜੀ ਸਮਝਦੇ ਹੋ, ਖੋਟੇ ਪੁਰਖ, ਉਹਨਾਂ ਨੂੰ ਮਾਰਨ ਵਾਸਤੇ ਖਾਲਸਾ ਬਣਾਇਓ ਹੈ। ਇਹ ਖਾਲਸਾ ਪੰਥ ਦੀ ਸਾਜਨਾ ਮੈਂ ਇਸੇ ਵਾਸਤੇ ਹੀ ਕੀਤੀ ਹੈ। ਮਹਾਰਾਜ ਦਸਮ ਪਾਤਸ਼ਾਹ ਜੀ ਨੇ ਬਚਨ ਕੀਤਾ, ਸੋਭਾ ਸਿੰਘ ਜੀ, ਜੋ ਕੁਝ ਅਸੀਂ
ਆਪਣੀ ਰਸਨਾ ਤੋਂ ਤੁਹਾਡੇ ਨਾਲ ਬਚਨ ਸਾਂਝੇ ਕੀਤੇ ਨੇ। ਇਹਨਾਂ ਨੂੰ ਲਿਖਤੀ ਤੌਰ ਤੇ ਮੇਰੇ ਖਾਲਸਾ ਪੰਥ ਤੱਕ ਅੱਗੇ ਦੀ ਅੱਗੇ ਭੇਜਣਾ ਇਹ ਹੁਣ ਤੁਹਾਡਾ ਕੰਮ ਹੈ। ਜੋ ਮੈਂ ਕਹਿ ਦਿੱਤਾ ਤੁਹਾਡੇ ਪੁੱਛਣ ਤੇ ਸੋਭਾ ਸਿੰਘ ਜੀ, ਇਹ ਮੇਰੇ ਖਾਲਸਾ ਪੰਥ ਦੀ ਦਿਲ ਦਿਮਾਗ ਦਾ ਹਿੱਸਾ ਬਣਨੇ ਚਾਹੀਦੇ ਨੇ, ਉਹਨਾਂ ਦੀ ਅੱਖਾਂ ਦਾ ਸ਼ਿੰਗਾਰ ਬਣਨੇ ਚਾਹੀਦੇ ਨੇ, ਤਾਂ ਕਿ ਜਿਸ ਖਾਲਸਾ ਪੰਥ ਦੀ ਮੈਂ ਸਾਜਨਾ ਕੀਤੀ ਹੈ ਉਸ ਨੂੰ ਇਹ ਸਦਾ ਯਾਦ ਰਹੇ ਕਿ ਅਸੀਂ ਦੈਂਤ ਨਾਸ ਕਰਨੇ, ਸੰਕਟਮਈ ਸਮੇਂ ਨੂੰ ਟਾਲਣਾ ਤੇ ਖੋਟੇ ਪੁਰਖਾਂ ਨੂੰ ਮਾਰਨਾ, ਨਾਸ ਕਰਨਾ, ਇਹ ਸਾਡਾ ਮੰਤਵ ਹੈ। ਇਹ ਉਹਨਾਂ ਨੂੰ ਯਾਦ ਰਹੇ। ਮੈਂ ਦੱਸਣਾ ਚਾਹਾਂਗਾ ਕਿ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦਾ ਉਹ ਪਾਵਨ ਬਚਨ ਸੁਣ ਕੇ ਸੈਨਾਪਤੀ ਭਾਈ ਸੋਭਾ ਸਿੰਘ ਜੀ ਨੇ ਉਹ ਪਾਵਨ ਬਚਨ ਆਪਣੇ ਕਲਮ ਦੇ ਨਾਲ ਜੋ ਲਿਖੇ ਨੇ, ਅੱਜ ਆਪਣੀਆਂ ਅੱਖਾਂ ਦਾ ਸ਼ਿੰਗਾਰ ਉਹ ਬਣੇ ਹੋਏ ਨੇ। ਆਪਾਂ ਦੇਖਦੇ ਆਏ ਮਹਾਰਾਜ ਸਤਿਗੁਰੂ ਪੰਚਮ ਪਾਤਸ਼ਾਹ ਜੀ ਦਾ ਸਮਾਂ ਤਤੀ ਤਵੀ ਉੱਪਰ ਬੈਠਾਲ ਦਿੱਤਾ ਗਿਆ। ਇਤਿਹਾਸ ਦੇ ਪੰਨਿਆਂ ਤੋਂ ਬਹੁਤ ਵੱਡੀਆਂ ਉਦਾਹਰਨਾਂ ਸਾਨੂੰ ਮਿਲਦੀਆਂ ਨੇ, ਪਰੰਤੂ ਉਹ ਸਾਂਝੀਆਂ ਕਰਨ ਦੀ ਲੋੜ ਨਹੀਂ, ਕਿਉਂਕਿ ਹਰੇਕ ਗੁਰੂ ਕੇ ਪਿਆਰੇ ਸਿੱਖ ਨੂੰ ਇਤਿਹਾਸਕ ਪਿਛੋਕੜ ਦਾ ਚੰਗੀ ਤਰ੍ਹਾਂ ਪਤਾ ਹੈ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਸਿੱਖ ਪੰਥ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਜਾਰੀ ਕੀਤਾ ਔਰ ਦੁਸ਼ਟਾਂ ਦਾ ਨਾਸ਼ ਕੀਤਾ। ਮੈਂ ਕਹਿੰਦਾ ਬੜੀ ਪ੍ਰਸੰਨਤਾ ਹੋਈ ਹੈ। ਪਹਿਲਾਂ ਤਾਂ ਬੜਾ ਦੁੱਖ ਜਿਹਾ ਮਹਿਸੂਸ ਹੋਇਆ ਸੀ ਵੀ ਐਸਾ ਕੁਝ ਕਿਉਂ ਵਾਪਰਿਆ। ਪ੍ਰਸੰਨਤਾ ਇਸ ਗੱਲ ਦੀ ਹੋਈ ਕਿ ਸਿੱਖ ਪੰਥ ਨੇ ਆਪਣੇ ਹੱਥੀਂ ਆਪ ਫੈਸਲੇ ਕਰ ਲਏ, ਇਸ ਗੱਲ ਦੀ ਪ੍ਰਸੰਨਤਾ ਹੋਈ। ਮਹਾਰਾਜ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਪੰਚਮ ਪਾਤਸ਼ਾਹ ਜੀ ਉੱਪਰ ਜ਼ੁਲਮ ਕਰਨ ਵਾਲੇ ਜ਼ਾਲਮ ਨੂੰ ਨੱਕ ਵਿੱਚ ਨੱਥ ਪਾ ਕੇ ਲਾਹੌਰ ਦੇ ਬਾਜ਼ਾਰਾਂ ਵਿੱਚ ਘੜੀਸ ਕੇ ਮਾਰਿਆ ਸੀ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਉੱਪਰ ਜਿਨ੍ਹਾਂ ਨੇ ਜ਼ੁਲਮ ਕੀਤਾ ਉਹ ਤੁਹਾਡੇ ਸਾਹਮਣੇ ਹੈ। ਬਲਦਾਂ ਮਗਰ ਪਾ ਕੇ ਘਸੀਟ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਿੱਦਾਂ ਦੀ ਹਾਲਤ ਕੀਤੀ ਸੀ। ਇਹ ਸਾਡੀਆਂ ਰਵਾਇਤਾਂ ਨੇ, ਸਾਡੀਆਂ ਪਰੰਪਰਾਵਾਂ ਨੇ। ਅੱਜ ਦਸਾਂ ਹੀ ਪਾਤਸ਼ਾਹੀਆਂ ਦੇ ਪਾਵਨ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਵਾਸਤੇ ਸਭ ਕੁਝ ਹੈ। ਪਿਛਲੇ ਸਮੇਂ ਦਰਮਿਆਨ ਕਿੰਨਾ ਕੁਝ ਵਾਪਰਿਆ ਹੈ। ਜੇ ਸਰਕਾਰ ਕੋਲ ਕੁਝ ਅਕਲਮੰਦੀ ਹੋਏ, ਕੋਈ ਦੂਰ ਅੰਦੇਸ਼ੀ ਹੋਏ, ਤਾਂ ਉਹ ਬਣਦੀਆਂ ਸਜ਼ਾਵਾਂ ਇਹ ਗੁਰੂ ਪੰਥ ਦੇ ਦੋਖੀਆਂ ਨੂੰ ਆਪ ਦੇ ਦਿੰਦੀਆਂ ਤੇ ਖਾਲਸਾ ਪੰਥ ਨੂੰ ਆਪਣੇ ਹੱਥਾਂ ਵਿੱਚ ਇਹ ਸਭ ਕੁਝ ਲੈ ਕੇ ਫੈਸਲਾ ਕਰਨ ਦੀ ਲੋੜ ਨਾ ਪੈਂਦੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤੁਸੀਂ ਸਾਰਿਆਂ ਦੇਖਿਆ ਹੈ, ਇਉਂ ਲੱਗਦਾ ਸੀ ਜਿਸ ਤਰ੍ਹਾਂ ਕੋਈ ਬਹੁਤ ਵੱਡੀ ਟ੍ਰੇਨਿੰਗ ਦੇ ਕੇ, ਜਿਸ ਤਰ੍ਹਾਂ ਕੋਈ ਕਮਾਂਡੋ ਦਸਤਾ ਹੋਏ, ਅੱਖ ਦੀ ਫੁਰਤੀ ਸਾਰਾ ਕੁਝ ਕਰ ਦੇਣਾ, ਸ੍ਰੀ ਸਾਹਿਬ ਚੱਕ ਲੈਣੀ। ਹੁਣ ਉਹਦੇ ਵਾਸਤੇ ਕੀ ਕੀਤਾ ਜਾਏ? ਕਿੰਨੀ ਵਾਰ ਗੁਰੂ ਕੇ ਦੋਖੀ ਪਕੜੇ ਗਏ, ਪੁਲਿਸ ਪ੍ਰਸ਼ਾਸਨ ਨੂੰ, ਸਰਕਾਰ ਨੂੰ ਸੌਂਪ ਦਿੱਤੇ ਗਏ। ਤੁਸੀਂ ਆਪ ਦੇਖੋ ਸਰਕਾਰ ਨੇ ਕੀ ਕਿਹਾ ਸੀ ਕਿ ਇਹ ਮਾਨਸਿਕ ਰੋਗੀ ਹਨ, ਕਹਿ ਕੇ ਉਹਨਾਂ ਨੂੰ ਛੱਡ ਦਿੱਤਾ ਗਿਆ। ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ ਹੈ। ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਪਰ ਜੋ ਵਾਰ ਹੋਏ ਨੇ, ਇਹ ਪੰਥ ਦੀ ਰੂਹ ਦੇ ਉੱਪਰ ਸੱਟ ਵੱਜੀ ਹੈ। ਜਦੋਂ ਰੂਹ ਦੇ ਉੱਪਰ ਸੱਟ ਵੱਜਦੀ ਹੈ ਨਾ, ਫਿਰ ਰੋਹ ਪੈਦਾ ਹੁੰਦਾ ਹੈ। ਇਹ ਰੋਹ ਪੈਦਾ ਹੋਇਆ ਹੈ। ਇਹ ਫੈਸਲਾ ਪੰਥ ਨੇ ਆਪਣੇ ਹੱਥਾਂ ਵਿੱਚ ਲੈ ਕੇ ਆਪ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਸ਼ਲਾਘਾਯੋਗ ਕਦਮ ਹੈ ਉਸ ਦਿਨ ਦਾ, ਕਿ ਉਹਨਾਂ ਨੇ ਪੂਰਨ ਤੌਰ 'ਤੇ ਸਿੱਖ ਸੰਗਤਾਂ ਨੂੰ ਪਿਆਰ ਅਤੇ ਸਤਿਕਾਰ ਵਿੱਚ ਹਰ ਤਰ੍ਹਾਂ ਦਾ ਸਹਿਯੋਗ, ਪਰ ਉਹ ਸਿੱਖ ਸੰਗਤਾਂ ਨੇ ਗੁਰੂ ਪੰਥ ਦੇ ਦੋਖੀ ਨੂੰ ਪਾਰ ਬੁਲਾ ਦਿੱਤਾ। ਬਹੁਤ ਚੜ੍ਹਦੀ ਕਲਾ ਮਹਿਸੂਸ ਹੋਈ ਹੈ, ਇੱਕ ਨਵੀਂ ਜਾਨ ਪਈ ਹੈ। ਅਜੇ ਰਾਤ ਦਾ ਇਹ ਸਮਾਂ ਬੀਤਿਆ ਸੀ। ਤੁਸੀਂ ਦੇਖੋ ਪਲੈਨਿੰਗ ਕਿਸ ਤਰ੍ਹਾਂ ਦੀ ਹੈ। ਅਗਲੇ ਦਿਨ ਕਪੂਰਥਲਾ ਰੋਡ 'ਤੇ, ਮੇਰਾ ਖਿਆਲ ਉਹ ਪਿੰਡ ਦਾ ਨਾਮ ਕੀ ਸੀ, ਨਿਜ਼ਾਮਪੁਰਾ ਵਿੱਚ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਉੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਭਾਈ ਅਮਰਜੀਤ ਸਿੰਘ ਜੀ ਉਹ ਦੱਸ ਰਹੇ ਨੇ ਕਿ 5 ਸਰੂਪ ਹਨ ਗੁਰੂ ਸਾਹਿਬ ਜੀ ਦੇ ਇੱਥੇ, ਤੇ ਪਾਪੀ ਉੱਥੇ ਜਾ ਵੜਿਆ ਸੀ। ਕਿੰਨਾ ਯਤਨ ਕੀਤਾ ਉਹਨਾਂ ਨੇ ਪੁੱਛਣ ਵਾਸਤੇ, ਮਾਰਨ ਵਾਸਤੇ। ਸੰਗਤ ਦਾ ਮਨ ਨਹੀਂ ਸੀ ਪਹਿਲਾਂ, ਸੰਗਤ ਦਾ ਖਿਆਲ ਇਹੀ ਸੀ ਕਿ ਇਹ ਪਾਪੀ ਜਿਹੜਾ ਇਹ ਦੱਸੇ ਕਿ ਇਹਨੂੰ ਭੇਜਿਆ ਕਿਹਨੇ। ਤੇ ਜਦੋਂ ਦੱਸਣ ਵਾਸਤੇ ਤਿਆਰ ਹੀ ਨਹੀਂ ਆਏ ਤੇ ਉਸ ਤੋਂ ਬਾਅਦ ਸਿੱਖ ਸੰਗਤ ਨੇ ਆਪਣੇ ਹੱਥਾਂ ਵਿੱਚ ਫੈਸਲਾ ਲੈ ਕੇ ਆਪ ਹੀ ਸਾਰਾ ਕੁਝ ਕਰ ਦਿੱਤਾ। ਬੜਾ ਸ਼ਲਾਘਾਯੋਗ ਕਦਮ ਹੈ। ਮੈਂ ਦੇਖਿਆ ਉੱਥੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ, ਸਿੱਖ ਸੰਗਤਾਂ, ਇਕੱਲੇ ਸਿੱਖ ਨੌਜਵਾਨ ਨਹੀਂ ਬਜ਼ੁਰਗ ਵੀ ਉੱਥੇ ਸਨ। ਉਹ ਭਾਈ ਮਾਨ ਸਿੰਘ ਜੀ ਹੁਣੀ ਮੈਂ ਦੇਖ ਰਿਹਾ ਸੀ, ਉਹ ਵੀ ਉੱਥੇ ਪਹੁੰਚੇ ਹੋਏ ਸਨ ਔਰ ਉਹਨਾਂ ਨੇ ਬੜੀ ਚੜ੍ਹਦੀ ਕਲਾ ਸਹਿਤ ਇਹ ਫੈਸਲਾ ਸੰਗਤ ਨੇ ਆਪ ਕੀਤਾ। ਇਸ ਤੋਂ ਬਿਨਾਂ ਕੋਈ ਚਾਰਾ ਵੀ ਨਹੀਂ ਸੀ। ਹੋਰ ਆਪ ਜੀ ਦੱਸੋ ਵੀ ਇਸ ਤੋਂ ਬਿਨਾਂ ਕੋਈ ਚਾਰਾ ਹੈ ਕਿਸੇ ਕੋਲ? ਇਹ ਫੈਸਲਾ ਆਪ ਦਸਮ ਪਾਤਸ਼ਾਹ ਜੀ ਨੇ ਜੋ ਇਹ ਕਾਇਦਾ ਕਾਨੂੰਨ ਕਾਇਮ ਕੀਤਾ, ਉਹਦੇ ਅਨੁਸਾਰ ਦੁਰਜਨ ਕੇ ਮਾਰਵੇ ਕੋ ਖਾਲਸਾ ਬਣਾਇਓ ਹੋਏ। ਇਹ ਪੰਥ ਦੀ ਸਾਜਨਾ ਹੀ ਇਸੇ ਵਾਸਤੇ ਕੀਤੀ ਹੈ। ਅੱਗੇ ਹੁਣ ਆਪ ਜੀ ਨੇ ਦੇਖੋ ਕਿ ਕਿਸ ਤਰ੍ਹਾਂ ਦੀ ਸੋਚ ਹੈ। ਭਾਈ ਸਾਹਿਬ, ਇਹਦੇ ਉੱਪਰ ਜੋ ਘਟਨਾ ਵਾਪਰੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਪੰਥਕ ਜਥੇਬੰਦੀਆਂ ਉਹ ਭਵਿੱਖ ਦੇ ਵਿੱਚ ਕਿਹੋ ਜਿਹੀ ਰਣਨੀਤੀ ਜਿਹੜੀ ਉਹ ਬਣਾਉਣਗੇ? ਇਹਦੇ ਵਾਸਤੇ ਬੇਨਤੀ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇਸ ਵੇਲੇ ਵੱਡੀ ਪ੍ਰਸੰਨਤਾ ਇਹ ਹੈ ਕਿ ਸਾਡੇ ਜੋ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ, ਉਹਨਾਂ ਨੂੰ ਇਹ ਸੇਵਾ ਪ੍ਰਾਪਤ ਹੋਈ ਹੈ। ਸ਼ਾਇਦ ਆਪ ਜੀ ਨੂੰ ਪਤਾ ਹੋਏ ਜਾਂ ਨਾ, ਮੈਂ ਉਹਨਾਂ ਦੇ ਪਿਛੋਕੜ ਬਾਰੇ ਕਾਫੀ ਕੁਝ ਜਾਣਦਾ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਉਹਨਾਂ ਦੇ ਉੱਪਰ ਬਹੁਤ ਵੱਡੀ ਪ੍ਰਸੰਨਤਾ ਰਹੀ ਹੈ ਔਰ ਸਮੇਂ-ਸਮੇਂ ਅਨੁਸਾਰ ਉਹਨਾਂ ਨੇ ਪੰਥ ਵਿੱਚ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਨੇ। ਬਕਾਇਦਾ ਤੌਰ 'ਤੇ ਉਹ ਪੇਸ਼ੇ ਵਜੋਂ ਵਕੀਲ ਵੀ ਹਨ, ਬੜੇ ਸੁਲਝੇ ਹੋਏ, ਔਰ ਉਹਨਾਂ ਨੂੰ ਇਹ ਪਤਾ ਹੈ ਕਿ ਇਹ ਪੰਥਕ ਲੈਵਲ 'ਤੇ ਇਹ ਸਮੱਸਿਆ ਦਾ ਸਮਾਧਾਨ ਕਿੱਦਾਂ ਕਰਨਾ ਹੈ। ਉਹ ਬਹੁਤ ਚੜ੍ਹਦੀ ਕਲਾ ਸਹਿਤ ਇਹ ਸਭ ਕੁਝ ਕਰਨਗੇ, ਮੈਨੂੰ ਪੂਰਨ ਤੌਰ 'ਤੇ ਵਿਸ਼ਵਾਸ ਹੈ। ਇੱਕ ਤਾਂ ਉਹ ਸਿੱਖ ਜਥੇਬੰਦੀਆਂ ਨੂੰ ਬਹੁਤ ਵੱਡਾ ਪਿਆਰ ਅਤੇ ਸਤਿਕਾਰ ਹਮੇਸ਼ਾ ਦਿੰਦੇ ਆਏ ਹੈ ਅਤੇ ਉਹਨਾਂ ਦਿੰਦੇ ਵੀ ਰਹਿਣਾ ਹੈ ਸਨਮਾਨ ਸਤਿਕਾਰ ਜਥੇਬੰਦੀਆਂ ਨੂੰ। ਦੂਜੀ ਗੱਲ ਹੈ ਕਿ ਤੁਸੀਂ ਸਿੱਖ ਜਥੇਬੰਦੀਆਂ ਦੀ ਗੱਲ ਕੀਤੀ ਹੈ। ਮੈਂ ਤੁਹਾਡੇ ਰਾਹੀਂ ਸਿੱਖ ਨਜ਼ਰੀਆ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ, ਬੜੇ ਪਿਆਰ ਸਤਿਕਾਰ ਵਿੱਚ। ਬਾਕੀ ਆਪਣੀ ਮਰਜ਼ੀ ਹੈ, ਪਰੰਤੂ ਮੈਂ ਬੇਨਤੀ ਜ਼ਰੂਰ ਕਰਾਂਗਾ। ਸਿੱਖ ਜਥੇਬੰਦੀਆਂ ਨੂੰ ਏਕਤਾ ਦੀ ਲੜੀ ਵਿੱਚ ਆਉਣਾ ਚਾਹੀਦਾ ਹੈ। ਮਿਸਾਲ ਦੇ ਤੌਰ 'ਤੇ ਤੁਸੀਂ ਦੇਖੋ, ਪੰਜਾਬ ਦੇ ਵਿੱਚ 32 ਜਥੇਬੰਦੀਆਂ ਹੈ ਕਿਸਾਨੀ ਦੀਆਂ, ਕਿਸਾਨ ਜਥੇਬੰਦੀਆਂ। ਇੱਕ ਦੂਜੇ ਨਾਲ ਉਹਨਾਂ ਦਾ ਕਦੀ ਮੈਂ ਕਹਿੰਦਾ ਕੋਈ ਗੱਲਬਾਤ ਵੀ ਸਾਂਝੀ ਨਹੀਂ ਸੀ ਹੋਇਆ ਕਰਦੀ, ਇਹਨਾਂ ਵਖਰੇਵਾਂ ਸੀ। ਪਰੰਤੂ ਜਿਸ ਦਿਨ ਏਕਤਾ ਦੀ ਲੜੀ ਵਿੱਚ ਉਹ ਆਪਣੇ ਆਪ ਨੂੰ ਪਰੋ ਕੇ ਦਿੱਲੀ ਦੇ ਬਾਰਡਰਾਂ ਉੱਪਰ ਜਾ ਕੇ ਬੈਠੇ ਤਾਂ ਦਿੱਲੀ ਦਾ ਹਾਕਮ ਜਿਹੜਾ ਕਦੀ ਵਾਸੇ ਝੁਕਿਆ ਨਹੀਂ ਸੀ, ਉਹ ਜੇ ਸੱਚ ਕਹਾਂ ਤਾਂ ਉਹਨੂੰ ਤੋੜ ਕੇ ਰੱਖ ਦਿੱਤਾ ਇਹਨਾਂ ਨੇ, ਉਹ ਟੁੱਟ ਗਿਆ। ਇਹ ਹੈ ਏਕਤਾ ਦਾ ਬਲ। ਸਿੱਖ ਜਥੇਬੰਦੀਆਂ ਨੂੰ ਇਹ ਬਹੁਤ ਕੁਝ ਸਿੱਖਣ ਦੀ ਲੋੜ ਹੈ। ਆਪਸੀ ਵਖਰੇਵੇਂ ਹੋ ਸਕਦੇ ਆ, ਕੋਈ ਵੱਡੀ ਗੱਲ ਨਹੀਂ, ਪਰੰਤੂ ਹੁਣ ਸਮਾਂ ਉਹ ਆ ਗਿਆ ਹੈ ਕਿ ਜੇ ਇਹ ਬੇਨਤੀ ਪ੍ਰਵਾਨ ਕਰਨ ਤੇ ਏਕਤਾ ਦੀ ਲੜੀ ਵਿੱਚ ਆਪਣੇ ਆਪ ਨੂੰ ਪਰੋ ਲੈਣ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਉਹਨਾਂ ਦੀ ਪਾਵਨ ਛਤਰ ਛਾਇਆ ਵਿੱਚ ਇਕੱਤਰ ਹੋ ਜਾਣ, ਜਿੱਥੇ ਵੀ ਜਾਣ ਇਕੱਠੇ ਹੋ ਕੇ ਜਾਣ, ਇਕੱਠੇ ਹੋ ਕੇ ਜਾਣ। ਔਰ ਇਹਨਾਂ ਸਿੱਖ ਜਥੇਬੰਦੀਆਂ ਦਾ ਸਹਿਯੋਗ ਸਮੁੱਚੇ ਪੰਥ ਨੂੰ ਵੀ ਕਰਨਾ ਚਾਹੀਦਾ ਹੈ। ਦੁਨੀਆ ਭਰ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਪੰਥ ਫੈਲਿਆ ਹੋਇਆ ਹੈ। ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਤੁਸੀਂ ਦੇਖਿਆ ਹੈ ਕਿ ਕਿਸਾਨੀ ਜਿਹੜਾ ਸੰਘਰਸ਼ ਹੈ, ਇਹਨੂੰ ਜਿੱਤਣ ਵਾਸਤੇ ਵਿਦੇਸ਼ਾਂ ਵਿੱਚ ਬੈਠੇ ਗੁਰਸਿੱਖਾਂ ਨੇ
ਆਰਥਿਕ ਤੌਰ ਤੇ ਬਹੁਤ ਵੱਡਾ ਸਹਿਯੋਗ ਕੀਤਾ ਹੈ। ਮੈਂ ਤਾਂ ਸੰਸਾਰ ਭਰ ਵਿੱਚ ਰਹਿੰਦੇ ਖਾਲਸਾ ਪੰਥ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਵੀ ਬੜੇ ਪਿਆਰ ਸਤਿਕਾਰ ਵਿੱਚ ਆਪਣੇ ਆਪ ਨੂੰ ਏਕਤਾ ਦੀ ਲੜੀ ਵਿੱਚ ਪਰੋ ਕੇ ਰੱਖੋ। ਇਸ ਵਕਤ ਬਹੁਤ ਵੱਡੀ ਲੋੜ ਹੈ ਏਕਤਾ ਦੀ। ਆ ਜੋ ਸਿੱਖ ਜਥੇਬੰਦੀਆਂ ਬਹੁਤ ਵੱਡੀ ਮਹਾਨ ਸੇਵਾਵਾਂ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਦੇ ਵਿੱਚ ਕਰਦੀਆਂ ਨੇ, ਆਰਥਿਕ ਤੌਰ ਤੇ ਤਾਂ ਇਹਨਾਂ ਦੀ ਮਦਦ ਕਰਨ ਦੀ ਬਹੁਤ ਵੱਡੀ ਲੋੜ ਹੈ। ਇੱਕ ਤਾਂ ਘਰਾਂ ਦੇ ਕੰਮ ਛੱਡ ਕੇ ਪੰਥ ਦੀ ਸੇਵਾ ਵਾਸਤੇ ਜਾਂਦੀਆਂ ਨੇ ਜਥੇਬੰਦੀਆਂ, ਦੂਜਾ ਆਪਣੇ ਘਰੋਂ ਖਰਚ ਕਰਨ। ਇਹ ਆਰਥਿਕ ਤੰਗੀ ਦਾ ਕਈ ਵਾਰ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਮੇਰਾ ਸੰਕਲਪ ਹੈ, ਮੇਰੀ ਇੱਛਾ ਹੈ ਕਿ ਬਾਹਰ ਸੰਸਾਰ ਭਰ ਵਿੱਚ ਰਹਿੰਦੇ ਗੁਰਸਿੱਖਾਂ ਨੂੰ ਇੱਕ ਸਾਂਝਾ ਅਕਾਊਂਟ ਖੋਲ੍ਹਣਾ ਚਾਹੀਦਾ ਹੈ, ਜਿਸ ਦਾ ਨਾਮ ਰੱਖਣ ਪਾਤਸ਼ਾਹੀ ਖਜ਼ਾਨਾ। ਪਾਤਸ਼ਾਹੀ ਖਜ਼ਾਨਾ ਆਪਣਾ ਦਸਵੰਧ ਸਰਦਾ ਬਣਦਾ ਹਿੱਸਾ ਉਹਦੇ ਵਿੱਚ ਜਮ੍ਹਾਂ ਕਰਨ। ਜਿਸ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡੀ ਹਨੇਰੀ ਝੁੱਲੇਗੀ ਸਿੱਖ ਨੌਜਵਾਨਾਂ ਤੇ, ਉਹਨਾਂ ਨੂੰ ਬਚਾਉਣ ਵਾਸਤੇ ਕਾਨੂੰਨੀ ਪ੍ਰਕਿਰਿਆ ਵਿੱਚ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਵੱਡੇ ਵੱਡੇ ਵਕੀਲਾਂ ਦੀ ਲੋੜ ਪੈਣੀ ਹੈ। ਤਾਂ ਆਪ ਜੀ ਨੂੰ ਪਤਾ ਹੈ ਕਿ ਉਹਨਾਂ ਦੀਆਂ ਫੀਸਾਂ ਕਿੰਨੀਆਂ ਵੱਡੀਆਂ ਨੇ। ਉਹ ਕਿਹੜਾ ਪਰਿਵਾਰ ਹੈ, ਕਿਹੜਾ ਜਥੇਬੰਦੀ ਵਿੱਚ ਇਹੋ ਜਿਹਾ ਸਿੱਖ ਹੈ ਜਿਹੜਾ ਲੱਖਾਂ ਰੁਪਏ ਫੀਸਾਂ ਭਰ ਸਕੇ। ਇਹ ਕੰਮ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਗੁਰੂ ਕੇ ਪਿਆਰੇ ਸਿੱਖ ਪਾਤਸ਼ਾਹੀ ਖਜ਼ਾਨਾ ਕਾਇਮ ਕਰਨ। ਉਹਦੇ ਨਾਲ ਤਕਰੀਬਨ 45 ਤੋਂ 50 ਇਹੋ ਜਿਹੇ ਵਕੀਲਾਂ ਦਾ ਸੰਗਠਨ, ਇੱਕ ਪੈਨਲ ਦਾ ਗਠਨ ਕਰਨ, ਤਾਂ ਕਿ ਕਿਸੇ ਜਥੇਬੰਦੀ ਵਿੱਚ ਕੰਮ ਕਰਨ ਵਾਲੇ ਗੁਰੂ ਕੇ ਪਿਆਰੇ ਸਿੱਖ ਨੂੰ ਵਕੀਲ ਲੱਭਣ ਵਾਸਤੇ, ਵਕੀਲ ਕਰਨ ਵਾਸਤੇ ਕੋਈ ਚਿੰਤਾ ਨਾ ਹੋਏ। 45 ਤੋਂ 50 ਆਲਾ ਦਰਜੇ ਦੇ ਵਕੀਲਾਂ ਦਾ ਸੰਗਠਨ ਕਾਇਮ ਹੋਏ, ਇਹ ਬਾਹਰਲੇ ਸਿੱਖ ਕੰਮ ਕਰਨ। ਜਦੋਂ ਲੋੜ ਪੈਂਦੀ ਹੈ, ਤੁਸੀਂ ਦੇਖਿਆ ਹੈ ਕਿ ਹੁਣ ਲੋੜ ਪੈਣੀ ਵੀ ਆ। ਪਤਾ ਲੱਗਾ ਸਿੰਘਾਂ ਦੇ ਟੈਲੀਫੋਨ ਆਏ ਕਿ ਸ਼ਾਇਦ ਸਰਕਾਰ ਪਰਚਾ ਦਰਜ ਕਰਨ ਦਾ ਖਿਆਲ ਰੱਖਦੀ ਹੈ, ਜੋ ਕਪੂਰਥਲੇ ਵਾਪਰਿਆ। ਇਹ ਮੈਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਕਿ ਪਰਚਾ ਦਰਜ ਕਰਕੇ ਉਹ ਬਹੁਤ ਵੱਡੀ ਗਲਤੀ, ਜਿਸ ਦਾ ਖਮਿਆਜ਼ਾ ਉਹ ਸਰਕਾਰ ਨੂੰ ਭੁਗਤਣਾ ਪਏਗਾ, ਜਿਸ ਦਾ ਉਹਨੂੰ ਖਿਆਲ ਵੀ ਨਹੀਂ ਹੋਏਗਾ। ਇਸ ਪਾਸੇ ਨਾ ਤੁਰਨ, ਇਹ ਗਲਤੀ ਨਾ ਕਰ ਬੈਠਣ। ਔਰ ਜਿਨ੍ਹਾਂ ਗੁਰਸਿੱਖਾਂ ਨੇ ਸੰਗਤੀ ਰੂਪ ਵਿੱਚ ਸਾਰਾ ਕੁਝ ਕੀਤਾ, ਉਹਨਾਂ ਤੇ ਗੁਰੂ ਕੀ ਸੇਵਾ ਦੇ ਵਿੱਚ ਹਾਜ਼ਰ ਹੋ ਕੇ ਕੀਤਾ ਹੈ। ਕਿਸੇ ਦਾ ਪਲਾਟ ਦਾ ਕਬਜ਼ਾ, ਜ਼ਮੀਨੀ ਕਬਜ਼ਾ, ਜਾਂ ਕਿਸੇ ਦਾ ਆਪਸੀ ਘਰੇਲੂ ਕੋਈ ਝਗੜਾ ਤਾਂ ਉੱਥੇ ਹੈ ਹੀ ਨਹੀਂ ਸੀ। ਕੁਝ ਗੁਰੂ ਸਾਹਿਬ ਦੀ ਪ੍ਰਸੰਨਤਾ ਵਾਲੇ ਪੁਲਿਸ ਅਫਸਰ ਵੀ ਬਹੁਤ ਵੱਡੀ ਗਿਣਤੀ ਵਾਲੇ ਹਨ, ਵੱਡੀ ਗਿਣਤੀ 'ਚ। ਤੇ ਕਈ ਅਫਸਰ ਇਹੋ ਜਿਹੇ ਕਿ ਜਿਹੜੇ ਪੰਥ ਵਿਰੋਧੀ ਹਨ, ਪਰੰਤੂ ਗੁਰੂ ਕੀ ਬਖਸ਼ਿਸ਼ ਵਾਲੇ ਵੀ ਬਹੁਤ ਹਨ। ਮੈਂ ਨਾ ਪੁਲਿਸ ਅਫਸਰਾਂ ਨੂੰ ਵੀ ਕੁਝ ਪਿਆਰ ਸਤਿਕਾਰ ਸਹਿਤ ਕਹਿਣਾ ਚਾਹੁੰਦਾ ਕਿ ਅੱਜ ਜਿਹੜੇ ਤੁਹਾਡੇ ਮੋਢਿਆਂ ਤੇ ਸਟਾਰ ਲੱਗੇ ਨੇ, ਫੀਤੀਆਂ ਲੱਗੀਆਂ ਨੇ, ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਨਾਲ ਲੱਗੀਆਂ ਨੇ। ਖਿਆਲ ਕਰਿਓ, ਜਿਸ ਮਾਂ ਨੇ ਜਨਮ ਦਿੱਤਾ ਇਹਨਾਂ ਪੁਲਿਸ ਅਫਸਰਾਂ ਨੂੰ, ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਆਣ ਕੇ ਕਿੰਨੀਆਂ ਅਰਦਾਸਾਂ ਕਰਦੀ ਹੋਏਗੀ, ਸੱਚੇ ਪਾਤਸ਼ਾਹ ਮੇਰਾ ਜਿਹੜਾ ਪੋਤਾ ਹੈ ਅਫਸਰ ਬਣੇ। ਕਰਦੀ ਹੋਏਗੀ ਨਾ। ਕੋਈ DSP ਬਣਿਆ, SP, SSP, DIG ਬਣਿਆ, ਉਸ ਤੋਂ ਬਾਅਦ ਮਾਂ ਦੀਆਂ ਅਰਦਾਸਾਂ ਤਾਂ ਕਦੀ ਵੀ ਨਹੀਂ ਖੜ੍ਹਦੀਆਂ ਇੱਕ ਜਗ੍ਹਾ ਤੇ। ਉਹ ਤਾਂ ਕਹਿੰਦੇ ਮੇਰਾ ਪੁੱਤ ਬਾਦਸ਼ਾਹ ਵੀ ਬਣ ਜਾਏ। ਉਸ ਮਾਂ ਵੱਲੋਂ ਕੀਤੀਆਂ ਹੋਈਆਂ ਅਰਦਾਸਾਂ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਨਾਲ ਹੀ ਅੱਗੇ ਫੀਤੀਆਂ ਲੱਗੀਆਂ ਨੇ, ਸਟਾਰ ਲੱਗੇ ਨੇ ਮੋਢਿਆਂ ਤੇ। IG ਬਣੇ, ADGP, DGP ਬਣੇ। ਇਹ ਸਾਰੀ ਬਖਸ਼ਿਸ਼ ਗੁਰੂ ਸਾਹਿਬ ਜੀ ਦੀ ਹੈ। ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਯਾਦ ਕਰਾਉਣਾ ਚਾਹੁੰਦਾ ਪੁਲਿਸ ਅਫਸਰਾਂ ਨੂੰ, ਜਿਸ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਨਾਲ ਇਹ ਸਟਾਰ ਲੱਗੇ ਨੇ,
ਉਹਦਾ ਪਰ ਉਪਕਾਰ ਕਦੀ ਨਾ ਭੁੱਲਿਓ, ਕਦੇ ਵੀ। ਇਹ ਨਾ ਹੋਵੇ ਸਿੱਖ ਨੌਜਵਾਨਾਂ 'ਤੇ ਪਰਚੇ ਦਰਜ ਕਰੋ। ਤੇ ਮੈਂ ਥੋੜ੍ਹਾ ਜਿਹਾ ਅਹਿਸਾਸ ਕਰਾ ਦਿਆਂ, ਜੇ ਐਸਾ ਕੁਝ ਕੀਤਾ ਤੇ ਜਦੋਂ ਤੁਸੀਂ ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰੋਗੇ, ਮੱਥਾ ਟੇਕਿਆ ਕਰੋਗੇ, ਗੁਰੂ ਸਾਹਿਬ ਵੱਲੋਂ ਫਟਕਾਰ ਪਿਆ ਕਰੇਗੀ ਕਿ ਤੇਰੇ ਹੁਕਮ ਦੇ ਨਾਲ ਮੇਰੇ ਪਿਆਰਿਆਂ ਨੂੰ ਕੈਦਖਾਨੇ ਵਿੱਚ ਬੰਦ ਕੀਤਾ ਗਿਆ ਹੈ। ਇਹ ਫਟਕਾਰ ਪਿਆ ਕਰੇਗੀ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੂੰ ਕੈਦ ਕੀਤਾ ਸੀ ਹਿੰਦੁਸਤਾਨ ਦੇ ਬਾਦਸ਼ਾਹ ਨੇ। ਜਦੋਂ ਬੜੇ ਮਾੜੇ ਹਾਲਾਤ ਬਣੇ ਬਾਦਸ਼ਾਹ ਦੇ, ਰਾਤ ਨੂੰ ਸ਼ੇਰ ਬਣ ਕੇ ਭਾਈ ਜੇਠਾ ਜੀ, ਭਾਈ ਪੁਰਾਣਾ ਜੀ ਜਾ ਕੇ ਛਾਤੀ ਉੱਪਰ ਚੜ੍ਹਦੇ ਨੇ ਤੇ ਜਹਾਂਗੀਰ ਬਾਦਸ਼ਾਹ ਦੀ ਬੇਗਮ ਜਾ ਕੇ ਸਾਈਂ ਮੀਆਂ ਮੀਰ ਜੀ ਦੇ ਪਾਸ ਜਾ ਕੇ ਬੇਨਤੀ ਕਰਦੀ, ਸਾਈਂ ਮੇਰਾ ਪਤੀ ਬਾਦਸ਼ਾਹ ਬੜਾ ਦੁਖੀ ਹੈ, ਉਹਨੂੰ ਬਚਾਓ। ਉਸ ਸਮੇਂ ਉਸ ਖੁਦਾ ਦੇ ਪਾਵਨ ਚਰਨਾਂ ਵਿੱਚ ਜਦੋਂ ਇਬਾਦਤ ਕੀਤੀ ਹੈ ਸਾਈਂ ਮੀਆਂ ਮੀਰ ਜੀ ਨੇ, ਇਬਾਦਤ ਕਰਨ ਤੋਂ ਬਾਅਦ ਉਹਨਾਂ ਨੇ ਆਪਣੀ ਸੁਰਤ ਨਾਲ ਦੇਖਿਆ ਤੇ ਬਾਅਦ ਵਿੱਚ ਬੇਗਮ ਨੂੰ ਕਹਿਣ ਲੱਗੇ, ਬੀਬਾ ਤੇਰਾ ਪਤੀ ਬਾਦਸ਼ਾਹ ਹਿੰਦੁਸਤਾਨ ਦਾ, ਉਹਦੇ ਹੁਕਮ ਦੇ ਨਾਲ ਉਸ ਅਕਾਲ ਪੁਰਖ ਦੇ ਪ੍ਰਤੱਖ ਸਰੂਪ ਛੇਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਹੋਇਆ ਹੈ। 2 ਸਾਲ ਤੇ 6 ਮਹੀਨੇ ਦਾ ਸਮਾਂ ਬੀਤ ਗਿਆ ਹੈ। ਜਿਸ ਅਕਾਲ ਪੁਰਖ ਨੂੰ ਤੇਰੇ ਬਾਦਸ਼ਾਹ ਪਤੀ ਨੇ ਕੈਦ ਕੀਤਾ ਹੈ ਤੇ ਉਹ ਅਕਾਲ ਪੁਰਖ ਇਹਦੇ ਉੱਪਰ ਬਖਸ਼ਿਸ਼ ਕਿਵੇਂ ਕਰ ਦੇਵੇ? ਇਹ ਨਹੀਂ ਹੋ ਸਕਦੀ। ਜਾਓ ਜਾ ਕੇ ਗੁਰੂ ਪਿਤਾ ਤੋਂ ਮਾਫੀ ਮੰਗੋ ਔਰ ਸੱਚੇ ਪਾਤਸ਼ਾਹ ਜੋ ਕੁਝ ਵੀ ਕਹਿਣ ਉਹਨਾਂ ਦਾ ਵਚਨ ਸੱਤ ਕਰਕੇ ਪ੍ਰਵਾਨ ਕਰੋ। ਇਹ ਇਤਿਹਾਸ ਸੁਣਾਉਣ ਦਾ ਮੇਰਾ ਕੋਈ ਮੰਤਵ ਨਹੀਂ, ਸਿਰਫ ਇੱਕ ਨਿਸ਼ਾਨਦੇਹੀ ਕਰ ਰਿਹਾ ਹੈ। ਇਸ ਵਾਸਤੇ ਅੱਜ ਵੀ ਪੰਜਾਬ ਵਿੱਚ ਜਾਂ ਹਿੰਦੁਸਤਾਨ ਦੀ ਕਿਸੇ ਵੀ ਸਟੇਟ ਵਿੱਚ ਜਿੱਥੇ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਪਰ ਕੋਈ ਹੱਥ ਚੱਕਦਾ ਹੈ, ਮੈਂ ਤਾਂ ਇਹੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਆਪਣੇ ਹੱਥਾਂ ਵਿੱਚ ਫੈਸਲਾ ਲੈ ਕੇ ਉਦੋਂ ਹੀ ਆਪ ਹੀ ਫੈਸਲਾ ਕਰ ਦਿਓ। ਇਹ ਆਸ ਨਾ ਰੱਖੋ ਕਿ ਤੁਸੀਂ ਬਹੁਤ ਇਹਨਾਂ ਨੂੰ ਪੁੱਛ ਪੜਤਾਲ ਕਰਕੇ ਜਾਂ ਪੁਲਿਸ ਦੇ ਹਵਾਲੇ ਕਰਕੇ ਪਿੱਛੇ ਤੱਕ ਜਾ ਕੇ ਲੱਭ ਸਕੋਗੇ ਕਿ ਪਿਛੋਕੜ ਕੀ ਆ ਜੀ, ਕਿੰਨੇ ਭੇਜਿਆ ਜੀ, ਪਲੈਨਿੰਗ ਕਿਹਦੀ ਆ। ਇਹ ਕੁਝ ਕਦੇ ਵੀ ਹੁਣ ਹੱਥ ਨਹੀਂ ਆਉਣਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦਰਸ਼ਨ ਸਿੱਖ ਨਜ਼ਰੀਆ ਚੈਨਲ ਦੇ ਮਾਧਿਅਮ ਦੇ ਰਾਹੀਂ ਸੰਸਾਰ ਭਰ ਵਿੱਚ ਰਹਿੰਦੇ ਗੁਰੂ ਕੇ ਪਿਆਰੇ ਸਿੱਖ ਕਰ ਰਹੇ ਨੇ। ਸੰਨ 1740 ਦੀ ਗੱਲ ਕਰਨ ਲੱਗਾ ਜੀ। ਮਸਾ ਰੰਗੜ ਇਸੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਆ ਕੇ ਬੈਠਾ ਸੀ ਤੇ ਜੇ ਭਾਈ ਸੁਖਾ ਸਿੰਘ ਜੀ, ਭਾਈ ਮਹਿਤਾਬ ਸਿੰਘ ਜੀ ਉਸ ਸਮੇਂ ਸੋਚਦੇ ਕਿ ਸਮੇਂ ਦੇ ਹੁਕਮਰਾਨ, ਸਮੇਂ ਦੇ ਬਾਦਸ਼ਾਹ, ਇੱਥੋਂ ਦੇ ਫੌਜਦਾਰ ਨੂੰ ਸ਼ਿਕਾਇਤ ਕਰਾਂਗੇ, ਉਹ ਮੱਸੇ ਰੰਗੜ ਨੂੰ ਕੈਦ ਕਰਨਗੇ, ਪੁੱਛ ਪੜਤਾਲ ਕਰਨਗੇ ਕਿ ਤੇਰੇ ਮਗਰ ਪਲੈਨਿੰਗ ਕਿਹਨੇ ਕੀਤੀ ਅੰਦਰ ਆਣ ਕੇ ਬੈਠਣ ਦੀ, ਤੂੰ ਕਿਉਂ ਆ ਕੇ ਬੈਠਾ, ਤੇਰੇ ਮਗਰ ਕੌਣ ਕੌਣ ਸ਼ਕਤੀਆਂ ਨੇ। ਜੇ ਐਸਾ ਕੋਈ ਸੋਚ ਕੇ ਆਉਂਦੇ ਤਾਂ ਮੈਨੂੰ ਤੁਸੀਂ ਆਪ ਹੀ ਦੱਸ ਦਿਓ ਕਿ ਜੋ ਇਤਿਹਾਸ ਸਿੱਖ ਪੰਥ ਦੀ ਜਿੰਦਾ ਦਿਲੀ ਦਾ ਬਣਿਆ ਹੈ ਉਹ ਬਣ ਜਾਣਾ ਸੀ। ਇਹ ਫੈਸਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹੀ ਉਹਦੇ ਧੜ ਦੇ ਨਾਲੋਂ ਦੀ ਗਰਦਨ ਅਲੱਗ ਕੀਤੀ ਸੀ। ਇਹ ਨਹੀਂ ਦੇਖਿਆ ਕਿ ਅੰਦਰ ਇਹ ਕੁਝ ਨਹੀਂ ਕਰਨਾ। ਅਸੀਂ ਇਸ ਗੱਲ ਤੋਂ ਵੀ ਪ੍ਰਸੰਨਤਾ ਵਿੱਚ ਹੈ ਕਿ ਅੱਜ ਸਿੱਖ ਪੰਥ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਚੈਨਲ ਹਨ ਉਹ ਸਾਡੇ ਆਪਣੇ ਗੁਰੂ ਕੇ ਪਿਆਰ ਤੇ ਸਤਿਕਾਰ ਵਾਲਿਆਂ ਦੇ ਆਪਣੇ ਬਣ ਚੁੱਕੇ ਨੇ। ਜਦੋਂ ਇਹ ਕੁਝ ਨਹੀਂ ਸੀ ਉਦੋਂ ਤਾਂ ਬਾਕੀ ਜਿਹੜਾ ਜਿੰਨਾ ਵੀ ਮੀਡੀਆ ਹੈ, ਜਿੰਨੀ ਪੱਤਰਕਾਰਤਾ ਹੈ, ਇਹ ਤਾਂ ਧਾ ਕੇ ਪੈ ਜਾਂਦੀ ਸੀ ਸਿੱਖਾਂ ਦੇ ਉੱਪਰ ਵੀ ਸਿੱਖ ਹੀ ਗਲਤੀ ਕਰ ਰਹੇ ਆ। ਅੱਜ ਤੱਕ ਦੱਸੋ ਸਿੱਖਾਂ ਨੇ ਕਦੀ ਕਿਰਪਾਨ ਕੱਢ ਕੇ ਰਾਹ ਵਿੱਚ ਤੁਰੇ ਜਾਂਦੇ ਦੀ ਕਿਸੇ ਦੀ ਗਰਦਨ ਲਾਈ ਹੈ? ਪਰੰਤੂ ਜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਕੋਈ ਹਮਲਾਵਰ ਹਮਲਾ ਕਰਨ ਵਾਸਤੇ ਆ ਗਿਆ ਤੇ ਸਿੱਖ ਕਰਨਗੇ ਕੀ ਉੱਥੇ? ਇਸ ਵਾਸਤੇ ਇਹੋ ਜਿਹੀ ਸ਼ਾਂਤੀ ਦੀ ਕੋਈ ਲੋੜ ਨਹੀਂ ਹੈ।
ਜੋ ਸਾਡੀ ਸ਼ਾਂਤੀ ਨੂੰ ਭੰਗ ਕਰੇ। ਅਸੀਂ ਆਪਣੀ ਸ਼ਾਂਤੀ ਨੂੰ ਕਾਇਮ ਰੱਖਣ ਵਾਸਤੇ ਇਹ ਸਾਰਾ ਕੁਝ ਕਰਨਾ ਹੈ। ਇੱਕ ਹੋਰ ਗੱਲ ਵੀ, ਕਈ ਚੈਨਲ ਕਈ ਇਸ ਤਰ੍ਹਾਂ ਦੇ ਬਕਵਾਸਬਾਜ਼ੀ ਕਰਨ ਲੱਗ ਪਏ ਨੇ ਵੀ ਹਿੰਦੂ ਤੇ ਸਿੱਖਾਂ 'ਚ ਪਾੜਾ ਪੈਣ ਦਾ ਖਤਰਾ ਹੈ। ਮੈਂ ਬੜੇ ਦਾਅਵੇ ਨਾਲ ਇਹ ਬੇਨਤੀ ਕਰ ਸਕਦਾ ਕਿਸੇ ਹਿੰਦੂ ਤੇ ਸਿੱਖਾਂ ਵਿੱਚ ਕਿਸੇ ਪ੍ਰਕਾਰ ਦਾ ਕੋਈ ਪਾੜਾ ਨਾ ਪਿਆ ਤੇ ਨਾ ਪੈਣਾ ਹੈ। ਤੁਸੀਂ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਦਰਸ਼ਨ ਕਰਵਾ ਦਿਓ ਸੰਗਤ ਨੂੰ, ਜਿੱਥੇ ਸਿੱਖ ਆਣ ਕੇ ਮੱਥਾ ਟੇਕਦੇ ਨੇ। ਤੁਸੀਂ ਦਿਖਾਓ ਕਿੰਨੇ ਹਿੰਦੂ ਹਨ ਜਿਹੜੇ ਆਣ ਕੇ ਮੱਥਾ ਟੇਕ ਰਹੇ ਨੇ। ਕਿਸੇ ਹਿੰਦੂ ਦੇ ਮਨ ਵਿੱਚ ਸਿੱਖ ਪੰਥ ਦੇ ਪ੍ਰਤੀ ਕੋਈ ਨਫ਼ਰਤ ਨਹੀਂ ਹੈ ਤੇ ਸਿੱਖਾਂ ਦੇ ਮਨ ਵਿੱਚ ਹਿੰਦੂ ਧਰਮ ਦੇ ਪ੍ਰਤੀ ਕੋਈ ਨਫ਼ਰਤ ਨਹੀਂ। ਇੱਥੇ ਈਸਾਈਅਤ ਨੂੰ ਸਮਰਪਿਤ ਆ ਰਹੇ ਨੇ ਮੱਥਾ ਟੇਕਣ, ਮੁਸਲਿਮ ਲੋਕ ਆ ਰਹੇ ਨੇ, ਹਿੰਦੂ ਅਤੇ ਸਿੱਖ ਸਭ ਆ ਰਹੇ ਨੇ। ਇਸ ਵਾਸਤੇ ਤੁਸੀਂ ਇਹ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਜ਼ਰੂਰ ਇਹ ਸੁਚੇਤ ਕਰੋ ਕਿ ਇਹ ਗੁੰਮਰਾਹਕੁੰਨ ਪ੍ਰਚਾਰ ਹੈ। ਨਾ ਹਿੰਦੂ ਸਿੱਖਾਂ ਵਿੱਚ ਕਿਸੇ ਕਿਸਮ ਦਾ ਪਾੜਾ ਪਿਆ ਤੇ ਨਾ ਪੈਣਾ ਹੈ। ਸਿੱਖ ਜਥੇਬੰਦੀਆਂ ਬਹੁਤ ਸਮਝਦਾਰ ਹਨ। ਉਹ ਆਪਣੀ ਤਲਵਾਰ ਦੇ ਨਾਲ ਕਦੀ ਕਿਸੇ ਉੱਪਰ ਜ਼ੁਲਮ ਨਹੀਂ ਕਰਦੀਆਂ, ਪਰੰਤੂ ਜੇ ਕੋਈ ਜ਼ਾਲਮ ਆ ਗਿਆ ਤੇ ਉਹਨਾਂ ਦੀ ਤਲਵਾਰ ਦੀ ਧਾਰ ਉਹਦੇ ਉੱਪਰ ਚੱਲੇਗੀ ਜ਼ਰੂਰ। ਸਾਡੇ ਕੰਨਿਓ ਜੋ ਸਹਿਯੋਗ ਚਾਹੋ ਅਸੀਂ ਸਮੇਂ ਅਨੁਸਾਰ ਚੜ੍ਹਦੀ ਕਲਾ ਸਤ ਕਰਦੇ ਰਹਾਂਗੇ। ਔਰ ਜੋ ਕੁਝ ਮੈਂ ਪਹਿਲਾਂ ਬੇਨਤੀ ਕੀਤੀ ਹੈ ਉਹ ਬਾਹਰ ਦੁਨੀਆ ਭਰ ਵਿੱਚ ਰਹਿੰਦੇ ਸਿੱਖਾਂ ਨੂੰ ਇੱਕ ਪਾਤਸ਼ਾਹੀ ਖਜ਼ਾਨਾ ਕਾਇਮ ਕਰਕੇ 45 ਤੋਂ 50 ਗਿਣਤੀ ਵਕੀਲਾਂ ਦਾ ਸੰਗਠਨ ਇਹ ਕਾਇਮ ਕਰਕੇ ਸਿੱਖ ਨੌਜਵਾਨਾਂ ਦੇ ਵਾਸਤੇ ਇਹ ਬਹੁਤ ਵੱਡੀ ਮਦਦ ਕਰਨ ਦੀ ਹੁਣ ਇਸ ਵਕਤ ਲੋੜ ਪੈ ਗਈ ਹੈ। ਮੈਂ ਇਹੀ ਆਪਣੇ ਕੰਨਿਓ ਬੇਨਤੀ ਕਰਨੀ ਚਾਹੁੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।